ਵਾਹਿਗੁਰੂ ਸਾਹਿਬ ਜੀ। ਅਗੰਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣਹਿ, ਜੀ ਜੰਤ ਸਭ ਖੇਲ ਤੇਰਾ। ਕਿਆ ਕੋ ਆਖ ਵਖਾਣੈ, ਆਖਾਂ ਤਾਂ ਵੇਖਾਂ ਸਭ ਤੂੰ ਹੈ। ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ। ਤੇਰਾ ਅੰਤ ਨ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ। ਤੇਰਾ ਅੰਤ ਨਾ ਪਾਇਆ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਸਵਾਰ ਦੇ ਨਹਾਰ ਸਤਿਗੁਰੂ ਪਾਤਸ਼ਾਹ ਜੀ ਦੀ ਨਿੱਘੀ ਗੋਦ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਲੈ ਕਰ ਜੁੜਮਿਲ ਬੈਠੇ ਸਤਸੰਗੀ ਜਨੋ, ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਤੇ ਸਦਕਾ ਅੰਮ੍ਰਿਤ ਵੇਲੇ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਪਾਵਨ ਗੁਰਬਾਣੀ ਨੂੰ, ਪਾਵਨ ਵਿਚਾਰਾਂ ਨੂੰ ਸਮਝਣ ਦਾ ਅਵਸਰ ਪ੍ਰਾਪਤ ਹੋਇਆ ਏ। ਹਰ ਰੋਜ਼ ਦੀ ਤਰ੍ਹਾਂ ਜੋ ਲੜੀਵਾਰ ਵਿਚਾਰ ਆਨੰਦ ਬਾਣੀ ਦੀ ਆਪਾਂ ਸਾਂਝੀ ਕਰ ਰਹੇ ਹਾਂ। ਅੱਜ ਦਾ ਜੋ ਪਾਵਨ ਪਦ ਹੈ, 12ਵਾਂ ਪਦ, ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਨੇ। ਇਸ ਪਾਵਨ ਪਦ ਨੂੰ ਆਪਾਂ ਨੇ ਵਿਚਾਰਨ ਦਾ ਯਤਨ ਕਰਨਾ ਹੈ। ਰਲ ਮਿਲ ਕੇ ਵਿਚਾਰਦਿਆਂ ਹੋਇਆਂ ਗੱਲ ਨੂੰ ਸਮਝਣਾ ਹੈ ਤੇ ਆਪਣੇ ਗਿਆਨ ਦੇ ਵਿੱਚ, ਆਪਣੀ ਸਮਝ ਦੇ ਵਿੱਚ ਵਾਧਾ ਕਰਨਾ ਹੈ। ਤੇ ਹੋਰ ਅਗਲੇਰੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ ਜੀ। ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਪਾ ਲਈਏ ਜੀ ਸਾਂਝ। ਇੱਕੇ ਵਾਰ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਇਸ ਪਾਵਨ ਪਦ ਦੇ ਵਿੱਚ ਉਪਦੇਸ਼ ਕਰਦੇ ਨੇ, ਜਿੱਦਾਂ ਆਪਾਂ ਆਨੰਦ ਬਾਣੀ ਦੇ ਸਿਰਲੇਖ ਨੂੰ ਵਿਚਾਰਿਆ ਸੀ ਕਿ ਆਨੰਦ ਪ੍ਰਾਪਤ ਹੋਣਾ ਹੈ ਤੇ ਆਨੰਦ ਤਾਂ ਮਿਲ ਸਕਦਾ ਹੈ ਜੇ ਉਸ ਪਰਿਪੂਰਨ ਪਰਮਾਤਮਾ ਹੈ, ਜਿਹੜਾ ਸਤਿਗੁਰੂ ਹੈ, ਜਦੋਂ ਉਹ ਹਿਰਦੇ ਵਿੱਚ ਵਸ ਜਾਵੇ ਤਾਂ ਫਿਰ ਆਨੰਦ ਪੈਦਾ ਹੋਣਾ ਹੈ। ਤੇ ਅੱਜ ਦੇ ਪਾਵਨ ਪਦ ਦੇ ਅੰਦਰ ਸਤਿਗੁਰੂ ਜੀ ਨਾਲ ਇਹ ਵੀ ਗੱਲ ਰੱਖਦੇ ਨੇ, ਕਹਿੰਦੇ ਕਿ ਉਸ ਸਤਿਗੁਰੂ ਨੂੰ ਮਿਲਿਆ ਜਾ ਸਕਦਾ ਹੈ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਬੰਦਾ ਜੁੜ ਜ਼ਰੂਰ ਸਕਦਾ ਹੈ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਅੰਤ ਨਹੀਂ ਕੋਈ ਵੀ ਪਾ ਸਕਦਾ। ਸਤਿਗੁਰੂ ਜੀ ਕਹਿੰਦੇ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅਗੰਮ ਦਾ ਭਾਵ ਹੁੰਦਾ ਹੈ ਅਪਹੁੰਚ, ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ, ਭਾਵ ਜਿਹਦੇ ਤੱਕ ਪਹੁੰਚਿਆ। ਹੁਣ ਆਪਾਂ ਇਹ ਗੱਲ ਸਮਝੀਏ ਕਿ ਸਤਿਗੁਰੂ ਨੂੰ ਕੋਈ ਮਿਲ ਨਹੀਂ ਸਕਦਾ, ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਗੱਲ ਇਹ ਨਹੀਂ। ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਨਾ ਕਿ ਉਹਨੂੰ ਕੋਈ ਉਹਦਾ ਕੋਈ ਅੰਤ ਪਾ ਸਕਦਾ ਹੈ ਕਿ ਰੱਬ ਐਡਾ ਵੱਡਾ ਹੈ ਜਾਂ ਇੱਥੋਂ ਤੱਕ ਸੀਮਤ ਹੈ। ਉਹਦਾ ਜਿਹੜਾ ਪਾਰਲਾ ਪੰਨਾ ਹੈ, ਪਾਰਲਾ ਜਿਹੜਾ ਬੰਨਾ ਹੈ, ਉੱਥੋਂ ਤੱਕ ਕੋਈ ਪਹੁੰਚ ਨਹੀਂ ਸਕਦਾ। ਅਗੰਮ ਅਗੋਚਰਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਗੋਚਰ ਹੈ
ਅਗੋਚਰ ਹੈ ਭਾਵ ਗੋਚਰ ਦਾ ਮਤਲਬ ਹੁੰਦਾ ਹੈ ਜਿਹਦੇ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਹੋਵੇ। ਪਰ ਸਤਿਗੁਰੂ ਜੀ ਅਗੋਚਰ ਲਿਖਦੇ ਨੇ ਜਿੱਥੋਂ ਤੱਕ ਸਾਡੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਦੀ ਪਹੁੰਚ ਹੋਵੇ ਉਹ ਚੀਜ਼ ਗੋਚਰ ਹੁੰਦੀ ਹੈ ਜਿਹੜੀ ਨੂੰ ਵੇਖ ਸਕਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਪ੍ਰਮਾਤਮਾ ਹੈ ਜਿਹੜਾ ਅਗੰਮ ਹੈ ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਅਗੋਚਰ ਵੀ ਹੈ ਜਿੱਥੋਂ ਤੱਕ ਸਾਡੇ ਅੱਖਾਂ ਕੰਨ ਨੱਕ ਜ਼ੁਬਾਨ ਵੀ ਨਹੀਂ ਪਹੁੰਚ ਸਕਦੀ। ਅਗੋਚਰ ਹੈ ਉਹਨਾਂ ਨੂੰ ਮਿਲ ਨਹੀਂ ਸਕਦੀ। ਅਤੇ ਇੱਕ ਗੱਲ ਦਾ ਇਹ ਭੁਲੇਖਾ ਨਾ ਪਵੇ ਕਿ ਕਿਤੇ ਉਹ ਰੱਬ ਮਿਲਦਾ ਨਹੀਂ, ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਉਹਦਾ ਆਨੰਦ ਮਾਣਿਆ ਜਾ ਸਕਦਾ ਹੈ। ਭਾਵ ਕੀ ਹੈ ਕਿ ਉਹਨੂੰ ਸਪਸ਼ਟ ਰੂਪ ਦੇ ਵਿੱਚ ਬੰਦਾ ਇਹ ਸੋਚੇ ਕਿ ਹਾਂ ਕਿਤੇ ਸਰੀਰ ਧਾਰਨ ਕਰਕੇ ਆਵੇਗਾ ਰੱਬ, ਪਤਾ ਨਹੀਂ ਉਹ ਦੁਨੀਆ ਕਿਹੋ ਜਿਹੀ ਹੋਵੇਗੀ, ਰੱਬ ਖੌਰੇ ਸਾਹਮਣੇ ਦਿਖੇਗਾ। ਜਾਂ ਜਦੋਂ ਆਪਾਂ ਗੱਲ ਸਮਝਦੇ ਹਾਂ ਕਿ ਖਲਕਤ ਦੇ ਵਿੱਚੋਂ ਰੱਬ ਦਿਖੇਗਾ, ਪਤਾ ਨਹੀਂ ਕੋਈ ਰੂਪ ਹੀ ਐਵੇਂ ਦਾ ਦਿਸੇ ਕਿ ਸਾਰੇ ਇੱਕੋ ਜਿਹੇ ਲੱਗਣ। ਭਾਵ ਉਹ ਨਹੀਂ ਹੈ। ਗੱਲ ਇਹ ਹੈ ਕਿ ਤੇਰੇ ਅੰਦਰ ਦੀ ਜਿਹੜੀ ਬਿਰਤੀ ਹੈ ਉਹ ਇੱਕ ਬਰਾਬਰ ਹੋਣੀ ਚਾਹੀਦੀ ਹੈ। ਵੇਖਣ ਦਾ ਨਜ਼ਰੀਆ ਤੇਰਾ ਇੱਕ ਬਰਾਬਰ ਦਾ ਹੋਣਾ ਚਾਹੀਦਾ, ਉਹ ਹੈ ਰੱਬ ਵੇਖਣਾ। ਅਗੰਮ ਅਗੋਚਰਾ ਸਤਿਗੁਰੂ ਜੀ ਕਹਿੰਦੇ ਹੇ ਅਪਹੁੰਚ ਪ੍ਰਮਾਤਮਾ ਜੀ, ਹੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਤੋਂ ਦੂਰ ਰਹਿਣ ਵਾਲੇ ਪ੍ਰਮਾਤਮਾ ਦੀ, ਉਹਨਾਂ ਦੀ ਅਪਹੁੰਚ ਤੋਂ ਦੂਰ ਰੱਬ ਜੀ, ਤੇਰਾ ਅੰਤ ਨਾ ਪਾਇਆ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਅਕਾਲ ਪੁਰਖ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਰੱਬ ਹੈ ਜਿਹੜਾ ਸਿਰਫ ਅਤੇ ਸਿਰਫ ਮਹਿਸੂਸ ਕਰਨ ਦਾ ਵਿਸ਼ਾ ਹੈ। ਰੱਬ ਨੂੰ ਮਾਣਿਆ ਜਾ ਸਕਦਾ ਹੈ ਅਤੇ ਮਾਣਿਆ ਉਸ ਨੂੰ ਗੁਣਾਂ ਦੇ ਸਦਕਾ ਹੀ ਜਾ ਸਕਦਾ ਹੈ। ਇਹ ਨਹੀਂ ਕਿ ਰੱਬ ਮਿਲ ਗਿਆ, ਨਹੀਂ, ਰੱਬ ਨੂੰ ਮਾਣਿਆ ਜਾ ਸਕਦਾ ਕਿਉਂਕਿ ਉਹ ਜਿਹੜਾ ਪਰਮਾਤਮਾ ਹੈ ਸ੍ਰਿਸ਼ਟੀ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਨਿਰਲੇਪ ਹੈ। ਕਿਉਂਕਿ ਸ੍ਰਿਸ਼ਟੀ ਤਾਂ ਮਾਇਆ ਦੇ ਅਧੀਨ ਹੋ ਜਾਂਦੀ ਹੈ, ਜਿੰਨੀ ਵੀ ਖਲਕਤ ਬਣੀ ਹੋਈ ਹੈ ਮਾਇਆ ਦੇ ਅਧੀਨ ਹੋ ਜਾਂਦੀ ਹੈ, ਪਰ ਉਹ ਰੱਬ ਰਹਿੰਦਾ ਹੋਇਆ ਵੀ ਵੱਖਰਾ ਹੈ ਕਿਉਂਕਿ ਉਹ ਸਾਰੀ ਦੁਨੀਆ ਦੇ ਵਿੱਚ ਵਸਦਾ ਹੋਇਆ ਵੀ ਮਾਇਆ ਤੋਂ ਪਰੇ ਹੈ, ਮਾਇਆ ਦੇ ਅਧੀਨ ਨਹੀਂ ਹੈ, ਨਿਰਲੇਪ ਹੈ। ਵਿੱਚ ਵਸਦਾ ਹੋਇਆ ਵੀ ਉਹਦੀ ਹਸਤੀ ਵੱਖਰੀ ਹੈ, ਜੀਵ ਦੇ ਵਿੱਚ ਵਸ ਵੀ ਰਿਹਾ ਹੈ, ਪਰ ਮਾਇਆ ਦਾ ਪ੍ਰਭਾਵ ਸਿਰਫ ਜੀਵ ਦੇ ਉੱਤੇ ਪਵੇਗਾ, ਨਾ ਕਿ ਰੱਬ ਦੇ ਉੱਤੇ। ਕਿਉਂਕਿ ਰੱਬ ਵਸਦਾ ਤਾਂ ਜ਼ਰੂਰ ਹੈ, ਪਰ ਮਾਇਆ ਦਾ ਪ੍ਰਭਾਵ ਜਿਹੜਾ ਹੈ ਉਹ ਰੱਬ 'ਤੇ ਨਹੀਂ ਪੈਂਦਾ, ਉਹ ਸਿਰਫ ਬੰਦੇ 'ਤੇ ਪੈਂਦਾ ਹੈ, ਜੀਵ 'ਤੇ ਪੈਂਦਾ ਹੈ। ਅਤੇ ਇੱਥੇ ਦੁਨੀਆ ਦੇ ਵਿੱਚ ਬੜੀਆਂ ਵਿਚਾਰਧਾਰਾ ਚੱਲੀਆਂ, ਬੜੇ ਤਰੀਕੇ ਦੇ ਨਾਲ ਲੋਕ ਉਸ ਰੱਬ ਦਾ ਅੰਤ ਪਾਉਣ ਲੱਗੇ। ਪਹਿਲਾਂ ਵੀ ਪੁਰਾਣੇ ਸਮਿਆਂ 'ਤੇ ਵੀ ਅੱਜ ਦੇ ਸਮੇਂ 'ਚ ਵੀ ਰੱਬ ਦਾ ਅੰਤ ਪਾਉਣ ਨੂੰ, ਰੱਬ ਨੂੰ ਲੱਭਣ ਦੇ ਲਈ ਬੜੇ ਤਰੀਕੇ ਅਪਣਾਏ ਗਏ। ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਵਿਚਾਰਧਾਰਾ ਨੂੰ ਵੇਖਾਂਗੇ ਉਹ ਕਹਿੰਦੇ ਰੱਬ ਵਰਗਾ ਬਣ। ਭਾਵ ਕੀ ਹੈ, ਉਹਦੇ ਗੁਣ ਅਪਣਾ, ਉਹਦੇ ਰਾਹ 'ਤੇ ਚੱਲਣ ਦਾ ਯਤਨ ਕਰ, ਇਹ ਹੈ ਰੱਬ ਨੂੰ ਮਿਲਣਾ। ਗੁਰੂ ਦਾ ਉਪਦੇਸ਼ ਕਮਾ ਕੇ ਉਸ ਰਾਹ 'ਤੇ ਤੁਰਦਾ ਰਹਿ, ਬਸ ਰੱਬ ਨੂੰ ਮਹਿਸੂਸ ਕਰਦਾ ਜਾ ਕਿ ਨਾਲ ਹੈ ਮੇਰੇ ਪਰਮਾਤਮਾ, ਉਹ ਰੱਬ ਹਮੇਸ਼ਾ ਮੇਰੇ ਨਾਲ ਹੈ। ਇੱਦਾਂ ਚੱਲਦਾ ਰਹੇ, ਨਾ ਕਿ ਕਿਤੇ ਜਾ ਕੇ ਇੱਦਾਂ ਹੋਵੇ ਕਿ ਰੱਬ ਮੈਨੂੰ ਮਿਲ ਪਿਆ ਹੈ ਹੁਣ ਕੋਈ ਲੋੜ ਨਹੀਂ। ਇੱਥੇ ਬੜੇ ਤਰੀਕਿਆਂ ਦੇ ਨਾਲ ਲੋਕਾਂ ਨੇ ਜਪ ਤਪ ਕੀਤੇ, ਬੜੇ ਧਰਮ ਦੇ ਕਰਮ ਕਾਂਡ ਕੀਤੇ, ਯੋਗ ਕੀਤੇ, ਜੱਗ ਕੀਤੇ, ਬਲੀਆਂ ਦਿੱਤੀਆਂ ਰੱਬ ਨੂੰ ਪ੍ਰਾਪਤ ਕਰਨ ਲਈ। ਪਹਿਲਾਂ ਵੀ ਹੋ ਰਹੀਆਂ ਨੇ ਅਤੇ ਅੱਜ ਵੀ ਹੋ ਰਹੀਆਂ ਨੇ, ਪਰ ਸਤਿਗੁਰੂ ਜੀ ਕਹਿੰਦੇ ਉਹ ਰੱਬ ਮਿਲ ਨਹੀਂ ਸਕਦਾ, ਉਹ ਰੱਬ ਨਹੀਂ ਮਿਲ ਸਕਦਾ। ਹਾਂ, ਉਹਦੇ ਵਰਗਾ ਬਣਨ ਦੇ ਲਈ, ਉਹਦੇ ਲਾਇਕ ਬਣਨ ਦੇ ਲਈ ਉਹਦੇ ਗੁਣਾਂ ਨੂੰ ਧਾਰਨ ਕਰਨਾ ਪਵੇਗਾ। ਗੁਣ ਨੇ ਜਿਹੜੇ ਸਾਰੀ ਜ਼ਿੰਦਗੀ ਉਹ ਆਉਂਦੇ ਰਹਿਣਗੇ, ਉਹਨਾਂ ਨੂੰ ਜਿਉਣਾ ਸ਼ੁਰੂ ਕਰੀਏ। ਇਹ ਹੈ ਰੱਬ ਨੂੰ ਮਿਲਣ ਦਾ ਰਾਹ। ਪੱਕੇ ਤੌਰ 'ਤੇ ਜੇ ਕਹਿ ਦਈਏ ਕਿ ਰੱਬ ਮਿਲ ਪਵੇਗਾ ਜਾਂ ਰੱਬ ਦੇ ਨਾਲ ਇੱਦਾਂ ਜੁੜ ਜਾਵਾਂਗੇ, ਉਵੇਂ ਨਹੀਂ, ਕਿਉਂਕਿ ਉਹ ਅਗੋਚਰ ਹੈ ਅਤੇ ਅਗੰਮ ਹੈ, ਉਹ ਪਹੁੰਚ ਤੋਂ ਪਰੇ ਹੈ। ਰੱਬ ਸਿਰਫ ਗੁਣਾਂ ਦੇ ਰੂਪ ਦੇ ਵਿੱਚ, ਨਿਯਮ ਦੇ ਰੂਪ ਦੇ ਵਿੱਚ ਸਮਾਇਆ ਹੋਇਆ ਸ੍ਰਿਸ਼ਟੀ ਦੇ ਵਿੱਚ ਗੁਣਾਂ ਨੂੰ ਧਾਰਨ ਕਰਨਾ ਹੀ ਸਾਡੇ ਲਈ ਰੱਬ ਨੂੰ ਮਿਲਣਾ ਹੈ। ਦੁਨੀਆ ਦੇ ਅੰਦਰ ਬੜੇ ਤਰੀਕਿਆਂ ਦੇ ਨਾਲ ਕਰਮਕਾਂਡ ਚੱਲਦੇ ਸਨ, ਬਹੁਤ ਕੁਝ ਸੀ, ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਭਾਈ ਉਹ ਜਿਹੜਾ ਪ੍ਰਮਾਤਮਾ ਹੈ ਸਿਰਫ ਮਹਿਸੂਸ ਕਰਨ ਦਾ ਵਿਸ਼ਾ ਹੈ, ਮਹਿਸੂਸ ਕੀਤਾ ਜਾ ਸਕਦਾ, ਨਾ ਕਿ ਉਹਨੂੰ ਪਾਇਆ ਜਾ ਸਕੇ। ਕਿਉਂਕਿ ਇੱਥੇ ਬੜੇ ਵਿਦਵਾਨ, ਬੜੇ ਪੰਡਿਤ ਆਏ,
ਜਿਹੜੇ ਕਹਿੰਦੇ ਨੇ ਕਿ ਰੱਬ ਨੂੰ ਪ੍ਰਾਪਤ ਕਰ ਲਵਾਂਗੇ, ਰੱਬ ਨੂੰ ਅਸੀਂ ਮਿਲ ਲਵਾਂਗੇ। ਸਤਿਗੁਰੂ ਜੀ ਕਹਿੰਦੇ ਪਰ ਨਹੀਂ, ਕੋਈ ਵੀ ਦੱਸ ਨਹੀਂ ਸਕਦਾ ਕਿ ਉਹ ਰੱਬ ਕਿੱਥੇ ਹੈ, ਕਿਵੇਂ ਹੈ। ਉਹਦੀ ਇਸ ਬਣਾਈ ਹੋਈ ਸ੍ਰਿਸ਼ਟੀ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਕੋਈ ਵੀ ਨਹੀਂ, ਕੋਈ ਵੀ ਨਹੀਂ ਪਾ ਸਕਦਾ। ਪਾਵਨ ਉਪਦੇਸ਼ ਆਪਾਂ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਜਦੋਂ ਗੱਲ ਕਰਦੇ ਨੇ ਵੇਲ ਨਾ ਪਾਈਆ ਪੰਡਤੀ, ਸਤਿਗੁਰੂ ਜੀ ਕਹਿੰਦੇ ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਪੰਡਤਾਂ ਨੂੰ ਵੀ ਨਹੀਂ ਪਤਾ ਲੱਗਿਆ, ਬੜੇ ਇੱਥੇ ਵਿਦਵਾਨ ਆਏ, ਪਤਾ ਉਹਨਾਂ ਨੂੰ ਵੀ ਨਹੀਂ ਲੱਗਿਆ। ਉਹਨਾਂ ਨੇ ਵੀ ਬੜੇ ਹੱਠ ਕੀਤੇ, ਯਤਨ ਕੀਤੇ, ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ ਉੱਧਰਲੇ ਬੰਨੇ ਨੂੰ ਨਹੀਂ ਜਾਂਦੀ ਕਿ ਉਸ ਰੱਬ ਦਾ ਅੰਤ ਪਾਉਣ ਪਾਸੇ ਤੁਰੀਏ। ਉਹ ਕਹਿੰਦੇ ਨਹੀਂ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸਿਰਫ ਅਤੇ ਸਿਰਫ ਉਹਨੇ ਇਸ ਦੁਨੀਆ ਨੂੰ ਬਣਾਇਆ ਹੈ, ਇਸ ਖਲਕਤ ਨੂੰ ਬਣਾਇਆ ਹੈ। ਤੂੰ ਉਸ ਪਾਸੇ ਲੱਗ ਕੇ ਆਪਣੀ ਜ਼ਿੰਦਗੀ ਖੁਆਰ ਨਾ ਕਰ, ਬਸ ਸਿਰ ਖਪਾਈ ਨਾ ਕਰਕੇ ਰੱਬ ਕਦੋਂ ਪੈਦਾ ਹੋਇਆ, ਸ੍ਰਿਸ਼ਟੀ ਕਦੋਂ ਪੈਦਾ ਹੋਈ, ਕਿਵੇਂ ਬਣਾਇਆ, ਕੀ ਸੀ। ਸਤਿਗੁਰੂ ਜੀ ਕਹਿੰਦੇ ਉਸ ਪਾਸੇ ਨਾ ਲੱਗ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਗੁਰੂ ਨਾਨਕ ਸਾਹਿਬ ਜੀ ਨੇ ਇਹ ਪੱਖ ਸਾਡੇ ਸਾਹਮਣੇ ਰੱਖਿਆ ਹੈ ਕਿ ਭਾਈ ਜਿਹੜੀ ਉਹ ਸ੍ਰਿਸ਼ਟੀ ਉਹਨੇ ਤਿਆਰ ਕੀਤੀ ਹੈ ਉਹ ਆਪਣੇ ਆਪ ਜਾਣੀ ਜਾਣ ਹੈ, ਕੋਈ ਵੀ ਦੱਸ ਨਹੀਂ ਸਕਦਾ। ਇੱਥੇ ਬੜੇ ਜਿਹੜੇ ਤਰੀਕਿਆਂ ਦੇ ਨਾਲ ਬੜੀਆਂ ਜਿਹੜੀਆਂ ਫਿਲੋਸਫੀਆਂ ਕੱਢੀਆਂ ਗਈਆਂ, ਬੜਾ ਕੁਝ ਦੱਸਿਆ ਗਿਆ, ਸਾਇੰਸ ਵੱਲੋਂ ਕਿਹਾ ਗਿਆ ਕਿ ਜਿਹੜਾ ਸੀ ਗੈਸਾਂ ਦਾ ਵਿਸਫੋਟ ਹੋਇਆ, ਫਿਰ ਕਿਤੇ ਜਾ ਕੇ ਧਰਤੀ ਬਣੀ ਹੈ, ਉਹਨੂੰ ਠਾਰਨ ਦੇ ਲਈ ਬੜਾ ਸਮਾਂ ਲੱਗ ਗਿਆ। ਪਰ ਜਿਹੜਾ ਉਹ ਸੀ, ਜਿਹੜਾ ਉਹਨਾਂ ਨੇ ਰਿਸਰਚ ਕੀਤੀ ਸੀ, ਉਹ ਵੀ ਝੂਠੀ ਨਿਕਲੀ, ਕਿਉਂਕਿ ਦੱਸ ਹੀ ਨਹੀਂ ਕੋਈ ਸਕਦਾ ਕਿ ਉਹ ਸ੍ਰਿਸ਼ਟੀ ਬਣੀ ਕਿਵੇਂ। ਉਹ ਕਹਿੰਦੇ ਨੇ ਕਿ ਗੈਸਾਂ ਤੋਂ ਬਣੀ। ਹੁਣ ਅੱਗੇ ਗੱਲ ਚੱਲੀ, ਪੁੱਛੀ ਕਿ ਗੈਸਾਂ ਕਿੱਥੋਂ ਆਈਆਂ, ਕੋਈ ਦੱਸ ਥੋੜ੍ਹੀ ਸਕਦਾ। ਗੈਸਾਂ ਵੀ ਤਾਂ ਕਿਤੋਂ ਆਈਆਂ, ਕੋਈ ਦੱਸ ਨਹੀਂ ਸਕਦਾ ਕਿ ਅੰਤ ਕਿੱਥੇ ਹੈ, ਅੰਤ ਪਾ ਹੀ ਨਹੀਂ ਸਕਦਾ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਰੱਬ ਜੀ, ਤੁਹਾਡਾ ਅਤੇ ਤੁਹਾਡੀ ਬਣਾਈ ਹੋਈ ਕਾਇਨਾਤ ਦਾ ਕੋਈ ਅੰਤ ਪਾ ਨਹੀਂ ਸਕਦਾ, ਕੋਈ ਵੀ ਨਹੀਂ, ਕੋਈ ਵੀ ਨਹੀਂ ਪਾ ਸਕਦਾ। ਅਤੇ ਉਸ ਰੱਬੀ ਗੁਣਾਂ ਨੂੰ, ਉਹਦੇ ਜਿਹੜੇ ਪ੍ਰੋਪਰ ਸਾਰੇ ਗੁਣ ਨੇ, ਕਿਸੇ ਬੰਦੇ ਦੇ ਵਿੱਚ ਵੀ ਉਹ ਸਾਰੇ ਦੇ ਸਾਰੇ ਗੁਣ ਨਹੀਂ ਆ ਸਕਦੇ। ਉਹਦੇ ਗੁਣਾਂ ਦਾ ਅੰਤ ਨਹੀਂ, ਕਿਉਂਕਿ ਉਹ ਗੁਣੀ ਨਿਧਾਨ ਹੈ, ਗੁਣਾਂ ਦਾ ਖਜ਼ਾਨਾ ਹੈ ਰੱਬ। ਉਹਦੇ ਸਾਰੇ ਗੁਣ ਆਪਾਂ ਕਹਿ ਲਈਏ ਕਿ ਕਿਸੇ ਵਿੱਚ ਆ ਜਾਣ, ਕਦੇ ਵੀ ਨਹੀਂ। ਰੱਬ ਦਾ ਜਿਹੜਾ ਹੈ ਉਹਨੂੰ ਮਹਿਸੂਸ ਕੀਤਾ ਜਾ ਸਕਦਾ, ਉਹਦੇ ਰੱਬ ਵਰਗਾ ਬਣਨ ਦਾ ਯਤਨ ਕੀਤਾ ਜਾ ਸਕਦਾ ਹੈ, ਨਾ ਕਿ ਕੋਈ ਰੱਬ ਬਣ ਸਕਦਾ। ਉਹਦੇ ਰਾਹ 'ਤੇ ਚੱਲਿਆ ਜਾ ਸਕਦਾ ਹੈ। ਅਨਲ ਹੱਕ ਨਹੀਂ ਦੇ ਸਕਦੇ, ਅਖੀਰ ਨਹੀਂ ਕਹਿ ਸਕਦੇ ਕਿ ਹੁਣ ਬੰਦਾ ਰੱਬ ਬਣ ਗਿਆ, ਨਹੀਂ। ਇਹੋ ਜਿਹੀ ਵਿਚਾਰਧਾਰਾ ਬੜੀ ਚੱਲਦੀ ਹੈ ਕਿ ਤੂੰ ਰੱਬ ਹੈ, ਆਪਣੇ ਆਪ ਨੂੰ ਰੱਬ ਸਮਝ, ਬੰਦੇ ਨੂੰ ਆਪਣੇ ਆਪ ਨੂੰ ਰੱਬ ਬਣਾ ਦਿੱਤਾ ਕਿ ਤੂੰ ਹੀ ਰੱਬ ਹੈ। ਪਰ ਨਹੀਂ ਭਾਈ, ਉਹਦੇ ਵਰਗਾ ਨਾ ਕੋਈ ਹੋਇਆ ਹੈ ਅਤੇ ਨਾ ਕੋਈ ਹੋ ਸਕਦਾ ਹੈ। ਸਭ ਤੋਂ ਵੱਡਾ ਗੁਣ ਇਹਦਾ ਇਹ ਹੈ ਕਿ ਨਾ ਕੋਈ ਉਹਦੇ ਵਰਗਾ ਹੋਇਆ ਹੈ ਅਤੇ ਨਾ ਕੋਈ ਹੋ ਸਕਦਾ। ਹਾਂ, ਬੰਦੇ ਦੇ ਵਿੱਚ ਉਹਦੇ ਗੁਣ ਆ ਸਕਦੇ ਨੇ, ਨਾ ਕਿ ਰੱਬ ਬਣ ਸਕਦਾ ਹੈ। ਬੰਦਾ ਰੱਬ ਨਹੀਂ ਬਣ ਸਕਦਾ। ਅਤੇ ਸਤਿਗੁਰੂ ਜਦੋਂ ਕਬੀਰ ਸਾਹਿਬ ਜੀ ਦਾ ਪਾਵਨ ਉਪਦੇਸ਼ ਆਪਾਂ ਪੜ੍ਹਦੇ ਹਾਂ, ਉਹ ਦੱਸਦੇ ਨੇ, ਜਦੋਂ ਆਪਾਂ ਉਪਦੇਸ਼ ਪੜ੍ਹਦੇ ਹਾਂ, ਕਹਿੰਦੇ ਕਿ ਮੈਂ ਗੁਰੂ ਦੀ ਸਮੱਤ ਦੇ ਨਾਲ ਸਮਝ ਪਾਈ, ਉਸ ਗੁਰੂ ਵਾਲੇ ਰਾਹ 'ਤੇ ਤੁਰਿਆ। ਕਹਿੰਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਗੁਰੂ ਦੇ ਰਾਹ 'ਤੇ ਚੱਲਿਆ, ਗੁਰੂ ਦੇ ਰਸਤੇ 'ਤੇ ਚੱਲ ਕੇ ਮੈਨੂੰ ਉਹ ਰੱਬ ਮਹਿਸੂਸ ਹੋਇਆ, ਪਤਾ ਲੱਗਿਆ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਕਹਿੰਦੇ ਹੁਣ ਮੇਰੇ ਅਤੇ ਰੱਬ ਵਾਲੇ ਗੁਣ ਮਿਲਣ ਲੱਗ ਪਏ, ਵਿੱਚ ਰਲ ਪਏ। ਦੁਨੀਆ ਦੇ ਲੋਕ ਤਾਂ ਕਹਿ ਸਕਦੇ ਨੇ ਕਿ ਆਹ ਰੱਬ ਵਰਗਾ ਬੰਦਾ ਹੈ, ਪਰ ਆਪਣੇ ਆਪ ਨੂੰ ਤੂੰ ਕਦੇ ਨਹੀਂ ਕਹਿ ਸਕਦਾ ਕਿ ਮੈਂ ਰੱਬ ਬਣ ਗਿਆ, ਕਦੇ ਵੀ ਨਹੀਂ। ਨਾਲ ਹੱਕ ਕੋਈ ਵੀ ਨਹੀਂ ਦੇ ਸਕਦਾ, ਕਿਉਂਕਿ ਜੇ ਕੋਈ ਰੱਬੀ ਗੁਣਾਂ ਨੂੰ ਜਿਉਂਦਾ ਹੈ ਤਾਂ ਲੋਕ ਕਹਿੰਦੇ ਨੇ ਕਿ ਆਹ ਸਾਡੇ ਲਈ ਰੱਬ ਵਰਗਾ ਹੈ। ਇੱਕ ਗੁਣ ਹੁਣ ਦੇਖੋ, ਕੋਈ ਬੰਦਾ ਭੁੱਖਾ ਹੈ, ਪਿਆਸਾ ਹੈ, ਰੱਬ ਦਾ ਗੁਣ ਹੈ ਕਿ ਉਹ ਹਰੇਕ ਨੂੰ ਵੰਡ ਰਿਹਾ, ਹਰੇਕ ਨੂੰ ਦਾਤ ਦਿੰਦਾ। ਕੋਈ ਬੰਦਾ ਉਹੀ ਗੁਣ ਧਾਰਨ ਕਰਕੇ ਕਿਸੇ ਭੁੱਖੇ ਨੂੰ ਰੋਟੀ ਦਿੰਦਾ ਹੈ, ਕਿਸੇ ਬੇਰੁਜ਼ਗਾਰ ਦੀ ਮਦਦ ਕਰਦਾ ਹੈ, ਕੰਮ ਕੀਤਾ ਦਿੰਦਾ, ਕਿਸੇ ਪਿਆਸੇ ਨੂੰ ਪਾਣੀ ਪਿਆਉਂਦਾ। ਹੁਣ ਉਹਦੇ ਲਈ ਤਾਂ ਉਹ ਰੱਬ ਵਰਗਾ ਹੈ, ਉਹਦੇ ਲਈ ਤਾਂ ਉਹ ਰੱਬ ਲੱਗਦਾ ਹੈ, ਪਰ ਉਹ ਰੱਬ ਤਾਂ ਨਹੀਂ, ਰੱਬ ਦਾ ਗੁਣ ਧਾਰਨ ਕੀਤਾ, ਉਹਦੇ ਲਈ ਰੱਬ ਬਣ ਕੇ ਆਇਆ ਹੈ, ਨਾ ਕਿ ਉਹ ਰੱਬ ਬਣ ਗਿਆ।
ਤੇ ਉਹਨਾਂ ਨੂੰ ਲੱਗਿਆ ਜ਼ਰੂਰ ਕਿ ਜਿਹੜੀ ਇਹਨੇ ਚੰਗੀ ਮੱਤ ਜਾਂ ਇਹਨੇ ਜਿਹੜਾ ਸਾਡੇ ਲਈ ਕੀਤਾ ਹੈ, ਸਾਡੇ ਲਈ ਤਾਂ ਰੱਬ ਵਰਗਾ ਹੈ। ਇਸੇ ਗੱਲ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਬਾਬਤ ਕਹਿੰਦੇ ਨੇ, ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਸਤਿਗੁਰੂ ਨਾਨਕ ਸਭ ਤੋਂ ਵੱਡਾ ਹੈ। ਕਿਉਂ ਵੱਡਾ ਹੈ? ਕਿਉਂਕਿ ਉਹਨੇ ਸਾਡੀ ਕਲਯੁਗੀ ਬਿਰਤੀ ਤੋਂ ਪਾਸਾ ਕਰਾ ਕੇ ਕਲਯੁਗੀ ਮੱਤ ਤੋਂ ਸਾਨੂੰ ਬਚਾ ਲਿਆ, ਕਲਯੁਗ ਵਾਲੀ ਮੱਤ ਤੋਂ ਸਾਨੂੰ ਬਚਾ ਲਿਆ। ਇਸ ਕਲ ਦੇ ਵਿੱਚ ਸਾਡੀ ਰੱਖਿਆ ਕੀਤੀ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਜਿਹਨੇ ਚੰਗੇ ਵਿਚਾਰ ਦੇ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸਾਨੂੰ ਕਲਯੁਗ ਤੋਂ ਬਚਾਇਆ ਹੈ। ਕਲਯੁਗ ਭਾਵ ਮਾੜੇ ਕੰਮਾਂ ਤੋਂ, ਮਾੜੇ ਸਮੇਂ ਤੋਂ ਬਚਾ ਲਿਆ। ਗੁਰੂ ਨਾਨਕ ਸਾਡੇ ਲਈ ਵੱਡਾ ਹੈ। ਇਹ ਹੈ ਗੱਲ ਕਿਉਂਕਿ ਦੁਨੀਆ ਦੇ ਲੋਕ ਕਹਿ ਸਕਦੇ ਨੇ ਕਿ ਆਹ ਸਾਡੇ ਲਈ ਰੱਬ ਬਣ ਕੇ ਆ ਗਿਆ, ਪਰ ਉਹ ਰੱਬ ਵਰਗਾ ਕੋਈ ਬਣ ਨਹੀਂ ਸਕਦਾ। ਉਹਦੇ ਗੁਣ ਨੇ ਜਿਹੜੇ ਅਨੇਕਾਂ ਨੇ, ਹਰੇਕ ਬੰਦਾ ਉਹਦੇ ਸਾਰੇ ਗੁਣ ਕਦੇ ਵੀ ਪ੍ਰਾਪਤ ਨਹੀਂ ਕਰ ਸਕਦਾ। ਹਾਂ, ਯਤਨ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਉਹਦੇ ਰਾਹ 'ਤੇ ਚੱਲਦੇ ਰਹੀਏ, ਔਗਣ ਕੱਢਣੇ ਚਾਹੀਦੇ ਨੇ ਅਤੇ ਗੁਣ ਆਪਣਾ ਧਾਰਨ ਕਰਦੇ ਰਹਿਣੇ ਚਾਹੀਦੇ ਨੇ। ਸਤਿਗੁਰੂ ਜੀ ਕਹਿੰਦੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਹਿਣਾ ਤੇਰਾ, ਆਪਣਾ ਆਪ ਤੂੰ ਜਾਣਹਿ, ਜੀ ਜੰਤ ਸਭ ਖੇਲ ਤੇਰਾ। ਕਹਿੰਦੇ ਆ ਜੀਵ ਜੰਤੂ ਜਿੰਨੇ ਵੀ ਪੈਦਾ ਕੀਤੇ ਹੋਏ ਨੇ ਸਾਰੇ ਤੇਰਾ ਖੇਲ ਨੇ, ਤੇਰੀ ਖੇਡ ਹੈ, ਤੇਰੀ ਰਚਾਈ ਹੋਈ। ਕੋਈ ਨਹੀਂ ਦੱਸ ਸਕਦਾ ਕਿ ਇਸ ਦੁਨੀਆ ਦੇ ਉੱਤੇ ਕਿੰਨੇ ਜੀਵ ਜੰਤੂ ਨੇ, ਕਿੰਨੇ ਪੈਦਾ ਹੋਏ ਨੇ। ਹੁਣ ਆਪਾਂ ਕਈ ਵਾਰ ਪਾਵਨ ਲਫ਼ਜ਼ ਪੜ੍ਹਦੇ ਹਾਂ ਨਾ, 84 ਲੱਖ ਜੂਨਾਂ ਦੀ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ, ਪਰ ਉਹ 84 ਲੱਖ ਇਹ ਨਹੀਂ ਕਿ 84 ਲੱਖ ਹੀ ਨੇ, ਉਹਨਾਂ ਤੋਂ ਵੀ ਬਹੁਤ ਪਰੇ ਹੈ, ਕੋਈ ਗਿਣਤੀ ਨਹੀਂ ਕਰ ਸਕਦਾ, ਬਹੁਤ ਜੂਨਾਂ ਨੇ। 84 ਲੱਖ ਇੱਕ ਕਹਿਣ ਮਾਤਰ ਮੁਹਾਵਰਾ ਹੈ, ਪਰ ਇੱਥੇ ਤਾਂ ਅਨੇਕਾਂ ਜੀਵ ਜੰਤੂ ਪੈਦਾ ਹੋਏ ਨੇ ਜਿਨ੍ਹਾਂ ਦਾ ਕਿਸੇ ਨੇ ਗਿਣਤੀ ਨਹੀਂ ਕਰ ਸਕਦਾ। ਉਹ ਰੱਬ ਆਪਣੇ ਆਪ ਜਾਣੀ ਜਾਣ ਜਿਹਨੇ ਇਸ ਸ੍ਰਿਸ਼ਟੀ ਬਣਾਈ ਹੈ। ਉਹ ਸਾਡੇ ਅੰਦਰ ਵੱਸਦਾ ਹੋਇਆ ਵੀ ਨਿਰਲੇਪ ਹੈ। ਇਹ ਨਹੀਂ ਕਿ ਕਿਤੇ ਵੱਖਰਾ ਬੈਠਾ ਹੋਇਆ, ਵਸ ਵੀ ਅੰਦਰ ਰਿਹਾ ਏ, ਪਰ ਵਸ ਵੀ ਉਹ ਘਟ ਦੇ ਵਿੱਚ ਰਿਹਾ ਹੈ। ਪਾਵਨ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪੜ੍ਹਦੇ ਹਾਂ ਨਾ ਆਪਾਂ, ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਹਿੰਦੇ ਉਹ ਸਾਰਿਆਂ ਤੋਂ ਨਿਰਲੇਪ ਰਹਿੰਦਾ ਹੋਇਆ ਵੀ ਤੇਰੇ ਅੰਦਰ ਸਮਾਇਆ ਹੋਏ। ਇਹ ਰੱਬ ਦਾ ਗੁਣ ਹੈ। ਇੱਕ ਓਅੰਕਾਰ ਦਾ ਅਰਥ ਹੀ ਹੈ ਕਿ ਇੱਕ ਹੁੰਦਾ ਹੋਇਆ ਵੀ ਉਹ ਸਾਰੇ ਪਾਸੇ ਵਿਆਪਕ ਹੈ, ਬੰਦੇ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਮਾਇਆ ਤੋਂ ਨਿਰਲੇਪ ਹੈ। ਮਾਇਆ ਦਾ ਪ੍ਰਭਾਵ, ਮਾੜੇ ਕੰਮਾਂ ਦਾ ਪ੍ਰਭਾਵ, ਕਾਮ ਕ੍ਰੋਧ ਲੋਭ ਮੋਹ ਦਾ ਹੰਕਾਰ ਦਾ ਪ੍ਰਭਾਵ ਬੰਦੇ 'ਤੇ ਪੈ ਸਕਦਾ ਹੈ, ਨਾ ਕਿ ਰੱਬ 'ਤੇ। ਰੱਬ 'ਤੇ ਕਦੇ ਵੀ ਨਹੀਂ। ਪਰ ਹਾਂ, ਰੱਬ ਦੀ ਕਿਰਪਾ ਦੇ ਸਦਕਾ ਬੰਦਾ ਜਿਉਂਦਾ ਜ਼ਰੂਰ ਹੈ, ਪਰ ਉਹਨੂੰ ਯਤਨ ਇਹ ਕਰਨਾ ਚਾਹੀਦਾ ਕਿ ਜਿਹੜੇ ਸਵਾਸ ਰੱਬ ਨੇ ਦਿੱਤੇ ਨੇ, ਜਿਹੜੇ ਜ਼ਿੰਦਗੀ ਦਿੱਤੀ ਹੈ, ਉਹਨੂੰ ਪ੍ਰਾਪਤ ਵੀ ਕਰਨਾ ਚਾਹੀਦਾ ਅਤੇ ਉਹ ਮਿਲ ਵੀ ਅੰਦਰੋਂ ਜਾਣਾ ਹੈ। ਕਾਹੀ ਰੇਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ। ਕਹਿੰਦੇ ਤੇਰੇ ਅੰਦਰ ਵਸਦਾ ਹੈ। ਸਤਿਗੁਰੂ ਜੀ ਇਹ ਵੀ ਗੱਲ ਕਰਦੇ ਨੇ, ਪਹੁ ਪਮਾਦ ਜਿਉਂ ਬਾਸ ਵਸਤ ਹੈ, ਮੂਕਰ ਮਾਹੇ ਜੈਸੇ ਸਾਈ, ਤੈਸੇ ਹੀ ਇਹ ਬਸੈ ਨਿਰੰਤਰ ਘਟ ਹੀ ਖੋਜੋ। ਭਾਈ ਕਹਿੰਦੇ ਕਿ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਵਸ ਰਹੀ ਹੈ, ਖੁਸ਼ਬੂ ਨੂੰ ਕਦੇ ਅਲੱਗ ਨਹੀਂ ਕੀਤਾ ਜਾ ਸਕਦਾ। ਸ਼ੀਸ਼ੇ ਦੇ ਵਿੱਚੋਂ ਮੂਰਤ ਨੂੰ ਵੇਖ ਸਕਦੇ ਹਾਂ, ਕਦੇ ਉਸ ਫੋਟੋ ਨੂੰ ਫੜਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਉਹ ਰੱਬ ਹੈ ਜਿਹੜਾ ਵਸ ਤੇਰੇ ਅੰਦਰ ਰਿਹਾ, ਪਰ ਅਲੱਗ ਨਹੀਂ ਕਦੇ ਵੀ ਕੀਤਾ ਜਾ ਸਕਦਾ। ਜਿੱਦਾਂ ਫੁੱਲ ਦੇ ਵਿੱਚ ਉਸ ਖੁਸ਼ਬੂ ਨੂੰ ਕੈਦ ਨਹੀਂ ਕੀਤਾ ਜਾ ਸਕਦਾ, ਸ਼ੀਸ਼ੇ ਵਿਚਲੇ ਦ੍ਰਿਸ਼ ਨੂੰ, ਸ਼ੀਸ਼ੇ ਵਿਚਲੀ ਫੋਟੋ ਨੂੰ ਕਦੇ ਵੀ ਜਿਹੜਾ ਬੰਦੇ ਦਾ ਪਰਛਾਵਾਂ ਪੈਂਦਾ ਹੈ ਉਹਨੂੰ ਕਦੇ ਵੀ ਫੜਿਆ ਨਹੀਂ ਜਾ ਸਕਦਾ, ਕੈਦ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਭਾਈ ਉਹ ਅਕਾਲ ਪੁਰਖ ਪਰਮਾਤਮਾ ਹੈ, ਰਹਿੰਦਾ ਅੰਦਰ ਹੈ, ਪਰ ਉਹਨੂੰ ਫੜਿਆ ਕਦੇ ਨਹੀਂ ਜਾ ਸਕਦਾ, ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹਿ। ਕਹਿੰਦੇ ਕੋਈ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਹੈ ਰੱਬ ਜੀ। ਜਿਹਨੇ ਸ੍ਰਿਸ਼ਟੀ ਬਣਾਈ ਹੈ, ਜਿਹਨੇ ਜੀਵ ਪੈਦਾ ਕੀਤੇ ਨੇ, ਆਪਣੇ ਆਪ ਜਾਣੀ ਜਾਣ ਹੈ। ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣ ਸੋ। ਕੋਈ ਨਹੀਂ ਦੱਸ ਸਕਦਾ ਕਿ ਆਹ ਕੁਦਰਤ ਐਡੀ ਵੱਡੀ ਹੈ, ਰੱਬ ਨੇ ਬਣਾਈ ਹੈ ਜਾਂ ਕਿਵੇਂ ਹੈ, ਕੋਈ ਦੱਸ ਨਹੀਂ ਸਕਦਾ। ਕੀ ਕੁਝ ਹੋਇਆ ਉਹ ਆਪਣੇ ਆਪ ਜਾਣੀ ਜਾਣ। ਸਤਿਗੁਰੂ ਜੀ ਤਾਂ ਗੁਰੂ ਨਾਨਕ ਸਾਹਿਬ ਜੀ ਤਾਂ ਇਹ ਗੱਲ ਕਰਦੇ ਨੇ, ਕਹਿੰਦੇ ਜਿਹੜਾ ਇਹਨਾਂ ਝਮੇਲਿਆਂ ਵਿੱਚ ਪੈਂਦਾ ਹੈ, ਬੇਫਾਲਤੂ ਦੀਆਂ ਗੱਲਾਂ ਵਿੱਚ ਰੱਬ ਕਿਵੇਂ ਪੈਂਦਾ। ਕਿਉਂਕਿ ਬਹੁਤੇ ਵਿਦਵਾਨ ਜਦੋਂ ਪੜ੍ਹਾਈ ਕਰ ਲੈਂਦਾ ਨਾ ਬੰਦਾ, ਇੱਧਰ ਨੂੰ ਤੁਰ ਪੈਂਦਾ, ਸ੍ਰਿਸ਼ਟੀ ਬਣੀ ਕਿਵੇਂ, ਕੀ ਹੋਇਆ,
ਕਿੱਧਰ ਨੂੰ ਚੱਲੀਏ, ਬੜਾ ਕੁਝ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਗੱਲ ਮੁਕਾ ਦਿੱਤੀ, ਕਹਿੰਦੇ ਕਿ ਜਿਹੜੇ ਆ ਤੋੜ ਮਰੋੜ ਕੇ ਗੱਲਾਂ ਕਰਦੇ ਨੇ, ਬੜੀ ਸਿਰ ਖਪਾਈ ਕਰਦੇ ਨੇ, ਟੇਢੀਆਂ ਵਿੰਗੀਆਂ ਗੱਲਾਂ ਕਰਦੇ ਨੇ ਜਿਹੜੇ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ। ਗਾਵਾਰ ਗਵਾਰ ਦਾ ਮਤਲਬ ਹੁੰਦਾ ਹੈ ਮੂਰਖ। ਕਹਿੰਦੇ ਉਹ ਸਿਰੇ ਦੇ ਮੂਰਖਾਂ ਦੇ ਵੀ ਮੂਰਖ ਨੇ ਜਿਹੜੇ ਆ ਰੱਬ ਵਾਲੇ ਝਮੇਲੇ ਦੇ ਵਿੱਚ ਪੈਂਦੇ ਨੇ। ਬੰਦੇ ਦਾ ਤਾਂ ਸਿਰਫ ਇਹ ਏਮ ਹੈ, ਬੰਦੇ ਦੀ ਜ਼ਿੰਦਗੀ ਦਾ ਤਾਂ ਜਿਹੜਾ ਮੂਲ ਸਿਧਾਂਤ, ਮੂਲ ਟੀਚਾ ਇਹ ਹੈ ਕਿ ਉਹਨੇ ਇਸ ਦੁਨੀਆ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਸਵਾਰਨੀ ਹੈ, ਨਾ ਕਿ ਬੇਫਾਲਤੂ ਦੇ ਝਮੇਲਿਆਂ ਵਿੱਚ ਪੈਣਾ, ਨਾ ਕਿ ਉਹਨਾਂ ਝਮੇਲਿਆਂ। ਰੱਬ ਨੇ ਜੇ ਜ਼ਿੰਦਗੀ ਦਿੱਤੀ ਇਸ ਪਾਸੇ ਲੱਗਣਾ, ਨਾ ਕਿ ਰੱਬ ਦਾ ਅੰਤ ਪਾਉਣ ਵਾਲੇ ਪਾਸੇ। ਜ਼ਿੰਦਗੀ ਸਵਾਰਨੀ ਹੈ, ਇੱਥੇ ਰਹਿੰਦਿਆਂ ਹੋਇਆਂ ਆਪਣਾ ਜਿਹੜਾ ਅੱਜ ਦਾ ਸਮਾਂ ਹੈ ਉਹਨੂੰ ਕਿਵੇਂ ਸਾਫ਼ ਕਰਨਾ ਹੈ, ਆਉਣ ਵਾਲੇ ਸਮੇਂ ਨੂੰ ਕਿਵੇਂ ਸੁਹੇਲਾ ਕਰਨਾ ਹੈ, ਬੰਦੇ ਦਾ ਕੰਮ ਤਾਂ ਇਹ ਹੈ, ਨਾ ਕਿ ਆ ਜਿਹੜੇ ਗੱਲਾਂ ਨੇ ਇਹਨਾਂ ਵਿੱਚ ਪੈਣਾ। ਜੇ ਕੋ ਆਖਿਆ ਬੋਲੇ ਵਿਗਾੜ ਤਾਂ ਲਿਖੀਏ ਸਿਰ ਗਵਾਰਾਂ। ਗਵਾਰ ਸਤਿਗੁਰੂ ਜੀ ਕਹਿੰਦੇ ਜੀ ਜੰਤ ਸਭ ਤੇਰਾ ਖੇਲ। ਸਤਿਗੁਰੂ ਜੀ ਕਹਿੰਦੇ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਕਹਿੰਦੇ ਹੋਰ ਜੀਵ ਤੇਰੇ ਗੁਣਾਂ ਨੂੰ ਆਖ ਕੇ ਬਿਆਨ ਕਰੇ ਕਿਸ ਤਰ੍ਹਾਂ। ਇਹ ਸਾਰੇ ਜੀਵ ਤਾਂ ਤੇਰਾ ਹੀ ਰਚਨ ਰਚਿਆ ਹੋਇਆ ਹੈ, ਇਹ ਸਾਰਾ ਖੇਲ ਹੀ ਤੇਰਾ ਹੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਕੋਈ ਦੱਸ ਹੀ ਨਹੀਂ ਸਕਦਾ, ਤੇਰੇ ਗੁਣਾਂ ਦੀ ਉਪਮਾ ਕੋਈ ਕਰ ਨਹੀਂ ਸਕਦਾ। ਰੱਬ ਜੀ ਤੁਹਾਡੇ ਵਿੱਚ ਕਿੰਨੇ ਕੁ ਗੁਣ ਨੇ ਕੋਈ ਦੱਸ ਹੀ ਨਹੀਂ ਸਕਦਾ, ਕਿਉਂਕਿ ਤੁਸੀਂ ਗੁਣੀ ਨਿਧਾਨ ਹੋ, ਅਗੰਮ ਹੋ, ਅਪਹੁੰਚ ਹੋ। ਉਸ ਰੱਬ ਕਿੰਨਾ ਕੁ ਦਿਆਲੂ ਹੈ, ਕਿੱਡੀ ਕੁ ਵੱਡੀ ਉਹਦੀ ਸਮਰੱਥਾ ਹੈ, ਕੋਈ ਨਹੀਂ ਦੱਸ ਸਕਦਾ। ਜੇ ਕੋਈ ਗੱਲਾਂ ਕਰਨ ਲੱਗ ਪਏ ਕਿ ਰੱਬ ਆਹ ਕੁਝ ਕਰਦਾ ਹੈ, ਆਹ ਕੁਝ ਕਰਦਾ ਹੈ, ਉਹ ਸਿਰਫ ਬੋਲ ਵਿਗਾੜ ਹੈ। ਕਦੇ ਵੀ ਉਹਦੀ ਸਿਫਤ ਸਲਾਹ ਹੋ ਹੀ ਨਹੀਂ ਸਕਦੀ, ਉਹਦੀ ਸਿਫਤ ਸਲਾਹ ਦਾ ਅੰਤ ਪੈ ਹੀ ਨਹੀਂ ਸਕਦਾ। ਬਸ ਰੱਬ ਰੱਬ ਕਰਦੇ ਰਹਿਣਾ ਚਾਹੀਦਾ, ਨਾ ਕਿ ਉਹਦੇ ਅੰਤ ਵਾਲੇ ਪਾਸੇ। ਹਰੇਕ ਚੀਜ਼ ਉਸ ਰੱਬ ਦੀ ਦਿੱਤੀ ਹੋਈ ਸ਼ੁਕਰ ਕਰਨਾ ਚਾਹੀਦਾ ਹੈ, ਨਾ ਕਿ ਉਹਦੇ ਅੰਤ ਪਾਉਣ ਵਾਲੇ ਪਾਸੇ। ਸਤਿਗੁਰੂ ਜੀ ਕਹਿੰਦੇ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖਾਂ ਤਾਂ ਵੇਖਾਂ ਸਭ ਤੂੰ ਹੈ। ਕਹਿੰਦੇ ਹਰੇਕ ਜੀਵ ਵਿੱਚ ਤੂੰ ਆਪ ਹੀ ਬੋਲਦਾ, ਹਰੇਕ ਜੀਵ ਦੀ ਆਪ ਹੀ ਤੂੰ ਸੰਭਾਲ ਕਰਦਾ। ਆਖਾਂ ਤਾਂ ਵੇਖਾਂ ਸਭ ਤੂੰ ਹੈ, ਜਿਨ ਜਗਤੋਂ ਪਾਇਆ। ਜਿੰਨਾ ਵੀ ਸੰਸਾਰ ਬਣਾਇਆ ਹੋਇਆ ਹੈ, ਸਾਰਿਆਂ ਦੀ ਪ੍ਰਤਪਾਲਣਾ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਤੂੰ ਹੈ। ਸਾਰਿਆਂ ਦੀ ਪ੍ਰਤਪਾਲਣਾ, ਜਿੰਨੀ ਸ੍ਰਿਸ਼ਟੀ ਪੈਦਾ ਹੋਈ ਹੈ ਸਾਰਿਆਂ ਦੀ ਪ੍ਰਤਪਾਲਣਾ ਤੂੰ ਕਰਨ ਵਾਲਾ ਹੈ। ਸੱਚੇ ਪਾਤਸ਼ਾਹ ਜੀ ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਸਾਰਿਆਂ ਦੇ ਵਿੱਚ ਤੂੰ ਬੋਲਦਾ ਹੈ। ਜਿੰਨਾ ਟਾਈਮ ਤੇਰੀ ਜੋਤ ਅੰਦਰ ਹੈ, ਜਿੰਨਾ ਟਾਈਮ ਤੇਰੀ ਸ਼ਕਤੀ ਹੈ ਜਿਹੜੀ ਬੰਦੇ ਦੇ ਵਿੱਚ, ਉਹਨਾਂ ਟਾਈਮ ਬੰਦਾ ਬੋਲਦਾ। ਜਿੱਦਣ ਉਹ ਚੀਜ਼ ਉਡਾਰੀ ਮਾਰ ਗਈ, ਜਿੱਦਣ ਉਹ ਜੋਤ ਨਿਕਲ ਗਈ, ਉਦਣ ਇਹ ਸਾਰਾ ਕੁਝ ਬੰਦ ਹੋ ਜਾਂਦਾ। ਬੰਦਾ ਬੋਲਣੋਂ ਵੀ ਹਟ ਜਾਂਦਾ ਹੈ, ਦੇਖਣੋਂ ਵੀ ਸੁਣਨੋਂ ਵੀ ਹਟ ਜਾਂਦਾ। ਜਿੱਦਣ ਰੱਬ ਜੀ ਤੁਸੀਂ ਉਡਾਰੀ ਮਾਰ ਗਏ, ਜਿੱਦਣ ਰੱਬ ਦੀ ਜੋਤ ਨਿਕਲ ਗਈ। ਆਖਾਂ ਤਾਂ ਵੇਖਾਂ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸਤਿਗੁਰੂ ਜੀ ਕਹਿੰਦੇ ਹੇ ਪ੍ਰਮਾਤਮਾ ਜੀ ਤੁਸੀਂ ਹਮੇਸ਼ਾ ਅਗੰਮ ਹੋ, ਅਪਹੁੰਚ ਹੋ, ਤੁਹਾਡਾ ਅੰਤ ਕਦੇ ਵੀ ਪਾਇਆ ਨਹੀਂ ਜਾ ਸਕਦਾ। ਰੱਬ ਨੂੰ ਸਿਰਫ ਮਹਿਸੂਸ ਕਰੋ, ਗੁਣਾਂ ਨੂੰ ਧਾਰਨ ਕਰਕੇ ਰੱਬ ਨੂੰ ਮਹਿਸੂਸ ਕਰੋ ਕਿ ਉਹ ਰੱਬ ਘਟ ਕਿਸੇ ਦੀ ਮਦਦ ਕਰਕੇ, ਕਿਸੇ ਦਾ ਕੁਝ ਸਵਾਰ ਕੇ, ਕਿਸੇ ਗਰੀਬ ਦੀ ਸਹਾਇਤਾ ਕਰਕੇ ਉਸ ਰੱਬ ਨੂੰ ਮਹਿਸੂਸ ਕਰਿਆ ਕਰੋ ਕਿ ਉਹ ਰੱਬ ਕਿਵੇਂ ਦਾ ਹੈ, ਕਿੰਨੇ ਉਹਦੇ ਗੁਣ ਨੇ। ਚੰਗੀ ਜ਼ਿੰਦਗੀ ਤਾਂ ਹੀ ਜਿਉ ਸਕਦੇ ਹਾਂ ਚੰਗੇ ਗੁਣਾਂ ਨੂੰ ਧਾਰਨ ਕਰਕੇ। ਦਾਤਾ ਰਹਿਮਤ ਕਰੇ ਭਾਈ, ਬੋਲਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਬਖਸ਼ਣਯੋਗ ਨੇ। ਅਗਲੇਰੇ ਜੋ ਬੰਦ ਨੇ ਉਹਨਾਂ ਦੇ ਵਿਚਾਰ ਆਪਾਂ ਆਉਂਦੇ ਸਮੇਂ ਦੇ ਵਿੱਚ ਸਮਝਣ ਦਾ ਯਤਨ ਕਰਨਾ ਹੈ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।